बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह तला के हुक्म दे नाल इंशाअल्लाह तुसीं सारे ठीक ठाक होवोगे। अल्लाह तला सब ते रहमत फरमाए। अल्लाह तला सब नूं अपने हिफ्ज़ो ईमान दे विच रखे। अज दे व्लॉग दे विच मैं तुहानूं दस्सांगा कि दो भैणां, हालांकि तुहानूं पता भैण दा रिश्ता बहुत बड़ा रिश्ता आ। अगर देखा जाए तो सब तो पहला अगर कोई बच्ची ਦੀ ਨਿਗਰਾਨੀ ਕਰਦਾ, ਉਹਦਾ ਖਿਆਲ ਰੱਖਦਾ, ਉਹਦੀ ਮਾਂ ਰੱਖਦੀ ਆ। ਉਸ ਤੋਂ ਬਾਅਦ ਭੈਣ ਦਾ ਰਿਸ਼ਤਾ ਇਹ ਬਹੁਤ ਨਾਜ਼ੁਕ ਹੁੰਦਾ। ਲੇਕਿਨ ਭੈਣ ਆਪਣੇ ਬਹਿਨੋਈ ਦੇ ਇਸ਼ਕ ਦੇ ਵਿੱਚ ਅੰਨੀ ਹੋ ਗਈ ਸੀ ਤੇ ਉਹਨੂੰ ਹਾਸਲ ਕਰਨ ਲਈ ਉਹਨੇ ਆਪਣੀ ਭੈਣ ਨੂੰ ਹੀ ਇਸ ਦੁਨੀਆ ਤੋਂ ਰੁਖਸਤ ਕਰ ਦਿੱਤਾ ਔਰ ਫਿਰ ਉਹਦੇ ਨਾਲ ਆਪਣੇ ਬਹਿਨੋਈ ਨਾਲ ਸ਼ਾਦੀ ਕਰ ਸਕੀ ਜਾਂ ਨਹੀਂ। ਉਸ ਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿ ਸਕਦੇ ਹੋ। ਇਹ ਬਰਤਾਨੀਆ ਯੂਕੇ ਦਾ ਵਾਕਿਆ। ਉੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਵਿੱਚ ਅਬਦੁਰਮਾਨ ਇੱਕ ਸ਼ਖਸ ਹੁੰਦਾ, ਉਹਦੀ ਸ਼ਾਦੀ ਸਾਇਮਾ ਦੇ ਨਾਲ ਹੁੰਦੀ ਆ ਤੇ ਉਹਦੀ ਇੱਕ ਸਾਲੀ ਹੁੰਦੀ ਆ ਸਭਾ, ਯਾਨੀ ਸਾਇਮਾ ਦੀ ਭੈਣ। ਤੇ ਉਹਦੇ ਘਰ ਦੇ ਵਿੱਚ ਹੀ ਫਿਰ ਸਭਾ ਤੇ ਸਾਇਮਾ ਦੀ ਅੰਮੀ ਤੇ ਅੱਬੂ ਯਾਨੀ ਇਕੱਠੀ ਇੱਕ ਹੀ ਘਰ ਦੇ ਵਿੱਚ ਰਹਿੰਦੇ ਨੇ। ਸਾਇਮਾ ਦੀ ਅਬਦੁਰਮਾਨ ਦੇ ਨਾਲ 2012 ਦੇ ਵਿੱਚ ਸ਼ਾਦੀ ਹੋ ਗਈ ਸੀ। ਇਹਨਾਂ ਦੇ 4 ਬੱਚੇ। ਸਭ ਤੋਂ ਬੜੀ ਬੇਟੀ 11 ਸਾਲ ਦੀ, ਸਭ ਤੋਂ ਛੋਟੀ ਬੇਟੀ 1 ਸਾਲ ਦੀ। ਜਿਸ ਵੇਲੇ ਇਹਨਾਂ ਦੀ ਸ਼ਾਦੀ ਹੋ ਗਈ ਤੇ ਸਭਾ ਜਿਹੜੀ ਆ ਉਹ ਆਪਣੇ ਬਹਿਨੋਈ ਨਾਲ ਇਸ਼ਕ ਪੇਚਾ ਲੜਾਉਣ ਲੱਗ ਪਈ। ਸਭਾ ਦੇ ਫਿਰ ਤਾਲੁਕਾਤ ਜਿਹੜੇ ਆਪਣੇ ਬਹਿਨੋਈ ਅਬਦੁਰਮਾਨ ਦੇ ਨਾਲ ਬਣ ਗਏ ਤੇ ਫਿਰ ਇਹ ਇੱਕ ਦੂਜੇ ਦੇ ਨਾਲ ਪਿਆਰ ਕਰਨ ਲੱਗ ਪਏ। ਇੱਥੋਂ ਤੱਕ ਕਿ ਜਿਨਸੀ ਤਾਲੁਕਾਤ ਵੀ ਇਹਨਾਂ ਨੇ ਕਾਇਮ ਕਰ ਲਏ। ਤੇ ਉਸ ਤੋਂ ਬਾਅਦ ਜਿਹੜੀ ਸਭਾ ਸੀ ਉਹ ਹਾਮਲਾ ਹੋ ਜਾਂਦੀ ਆ ਤੇ ਸਭਾ ਦਾ ਫਿਰ ਹਮਲ ਜਿਹੜਾ ਇਹ ਕਰਾਇਆ ਜਾਂਦਾ ਤੇ ਸਾਇਮਾ ਨੂੰ ਇਸ ਸਾਰੀ ਗੱਲ ਦਾ ਨਹੀਂ ਪਤਾ ਕਿ ਮੇਰੀ ਭੈਣ ਜਿਹੜੀ ਆ ਮੇਰੇ ਖਾਮਦ ਦੇ ਨਾਲ ਕਿਹੜੇ ਕੰਮ ਕਰ ਰਹੀ ਆ। ਉਹਨੂੰ ਬਿਲਕੁਲ ਕੁਝ ਇਲਮ ਨਹੀਂ ਹੁੰਦਾ ਕਿਉਂਕਿ ਸਾਇਮਾ ਜਿਹੜੀ ਆ ਉਹ ਇੱਕ ਡਿਊਟੀ ਕਰਦੀ ਆ, ਉਹਦੀ ਨਾਈਟ ਸ਼ਿਫਟ ਹੁੰਦੀ ਆ। ਸਾਇਮਾ ਇੱਕ ਏਜ ਕੇਅਰ ਸੈਂਟਰ ਹੁੰਦਾ, ਉੱਥੇ ਡਿਊਟੀ ਕਰਦੀ ਆ। ਹੁਣ ਇਹ ਜਿਹੜੀ ਸਭਾ ਆ ਕੋਸ਼ਿਸ਼ ਕਰਦੀ ਆ ਕਿ ਮੈਂ ਆਪਣੇ ਬਹਿਨੋਈ ਜਿਹੜਾ ਆ ਅਬਦੁਰਮਾਨ ਉਹਦੇ ਨਾਲ ਸ਼ਾਦੀ ਕਰਵਾਵਾਂ। ਹੁਣ ਉਹ ਮੁਖਤਲਫ ਤਰੀਕੇ ਸੋਚਦੀ ਆ, ਪਲਾਨਿੰਗ ਬਣਾਉਂਦੀ ਆ ਕਿ ਮੈਂ ਆਪਣੀ ਭੈਣ ਸਾਇਮਾ ਨੂੰ ਕਿੱਦਾਂ ਇਸ ਤੋਂ ਪਿੱਛੇ ਹਟਾਵਾਂ ਜਾਂ ਇਹਨੂੰ ਕਿੱਦਾਂ ਠਿਕਾਣੇ ਲਾਵਾਂ। ਉਹਨੇ ਫਿਰ ਇੱਕ ਪਾਕਿਸਤਾਨ ਦੇ ਵਿੱਚ ਕਾਲਾ ਜਾਦੂ ਕਰਨੇ ਵਾਲਾ ਉਹਦੇ ਨਾਲ ਰਾਬਤਾ ਕੀਤਾ। ਉਹਨੂੰ ਦੱਸਦੇ ਨੇ ਕਿ 5000 ਪਾਉਂਡ ਦਿੱਤਾ ਕਿ ਤੂੰ ਇਸ ਤਰ੍ਹਾਂ ਦਾ ਕੋਈ ਕਾਲਾ ਜਾਦੂ ਕਰ ਕਿ ਮੇਰੀ ਭੈਣ ਜਿਹੜੀ ਹੈ ਮਰ ਜਾਏ ਔਰ ਮੇਰੇ ਵਾਲਦੈਨ ਜਿਹੜੇ ਆ ਫਿਰ ਮੇਰਾ ਨਿਕਾਹ ਯਾਨੀ ਮੇਰੀ ਸ਼ਾਦੀ ਜਿਹੜੀ ਆ ਉਹ ਮੇਰੇ ਬਹਿਨੋਈ ਅਬਦੁਰਮਾਨ ਦੇ ਨਾਲ ਕਰ ਦੇਣ ਤਾਂ ਕਿ ਫਿਰ ਮੈਂ ਆਪਣੇ ਬੱਚੇ ਵੀ ਭੈਣ ਦੇ ਸਾਂਭ ਸਕਾਂ। ਤੇ ਉਹ ਇਸ ਤਰ੍ਹਾਂ ਦੀਆਂ ਪਲਾਨਿੰਗਾਂ ਬਣਾਉਂਦੀ ਆ। ਤੇ ਇਸ ਤਰ੍ਹਾਂ ਅਗਰ ਇਹ ਜਿਹੜੇ ਜਾਦੂਗਰ ਨੇ ਕਰਨੇ ਵਾਲੇ ਜਾਦੂ ਐਡੇ ਕਾਬਲ ਹੋਣ ਤੇ ਇਹ ਬੰਦੇ ਨੂੰ ਜਿਹੜੇ ਸਿਆਸਤਦਾਨ ਨੇ ਇੱਕ ਦੂਜੇ ਨੂੰ ਮਰਵਾ ਦੇਣ ਤੇ ਲੇਕਿਨ ਜ਼ਿੰਦਗੀ ਔਰ ਮੌਤ ਤਾਂ ਅੱਲਾ ਦੇ ਹੱਥ 'ਚ ਆ। ਇਹ ਕਾਲੇ ਜਾਦੂ ਵਾਲੇ ਕੀ ਕਰ ਸਕਦੇ ਨੇ? ਜ਼ਿੰਦਗੀ ਮੌਤ ਨਹੀਂ ਦੇ ਸਕਦੇ। ਅੱਲਾ ਤਾਲਾ ਰਹਿਮਤ ਫਰਮਾਏ। ਤੇ ਸਾਇਮਾ ਫਿਰ ਆਪਣੇ ਸ਼ੌਹਰ ਨਾਲ ਬਹੁਤ ਜਿਹੜੀ ਪਿਆਰ ਮੁਹੱਬਤ ਕਰਦੀ ਆ ਤੇ ਅਬਦੁਰਮਾਨ ਵੀ ਆਪਣੀ ਬੀਵੀ ਦੇ ਨਾਲ ਮੁਹੱਬਤ ਕਰਦਾ। ਲੇਕਿਨ ਉਹ ਵਿੱਚ ਸਭਾ ਜਿਹੜੀ ਆ ਟਪਕੀ ਆ। ਹੁਣ ਸਭਾ ਮੁਖਤਲਫ ਤਰੀਕੇ ਸੋਚਦੀ ਆ। ਉਹ ਇੱਕ ਦਿਨ ਪਲਾਨਿੰਗ ਬਣਾਉਂਦੀ ਆ। ਜਿਸ ਦਿਨ ਐਸਾ ਆਇਆ ਕਿ ਉਹਦੇ ਵਾਲਦੈਨ ਇੱਕ ਫੌਤਗੀ ਹੋ ਜਾਂਦੀ ਆ, ਉੱਥੇ ਚਲੇ ਜਾਂਦੇ ਨੇ ਤੇ ਜਿਹੜੀ ਸਾਇਮਾ ਇਹ ਨਾਈਟ ਡਿਊਟੀ ਕਰਦੀ ਆ। ਤੇ ਫਿਰ ਇਹ ਸਾਇਮਾ ਇੱਕ ਦੁਕਾਨ ਤੇ ਜਾਂਦੀ ਆ, ਜਾ ਕੇ ਤੇ ਉੱਥੋਂ ਛੁਰੀ ਲੈ ਕੇ ਆਂਦੀ ਆ। ਛੁਰੀ ਲਿਆ ਕੇ ਜਿਸ ਵੇਲੇ ਘਰ ਆ ਜਾਂਦੀ ਆ ਫਿਰ ਇਹ ਆਪਣੀ ਭੈਣ ਸਾਇਮਾ ਨੂੰ ਫੋਨ ਕਰਦੀ ਆ ਕਿ ਜਿਹੜੀ ਤੇਰੀ ਛੋਟੀ ਬੱਚੀ ਆ 1 ਸਾਲ ਦੀ ਬਹੁਤ ਜ਼ਿਆਦਾ ਰੋਂਦੀ ਆ, ਇਹਨੇ ਪੂਰਾ ਘਰ ਸਿਰ ਤੇ ਚੁੱਕਿਆ ਹੋਇਆ, ਇਹ ਮੇਰੇ ਕੋਲੋਂ ਕੰਟਰੋਲ ਨਹੀਂ ਹੋ ਰਹੀ, ਤੂੰ ਫੌਰੀ ਜਲਦੀ ਛੁੱਟੀ ਲੈ ਕੇ ਆ ਜਾ, ਪਹੁੰਚ।
ਸਾਇਮਾ ਜਿਸ ਵੇਲੇ ਛੁੱਟੀ ਲੈ ਕੇ ਅੱਧੀ ਛੁੱਟੀ ਲੈ ਕੇ ਘਰ ਨੂੰ ਆ ਜਾਂਦੀ ਆ ਕੇ ਜਿਸ ਵੇਲੇ ਘਰ ਵੜਦੀ ਆ ਤੇ ਇਹ ਸਵਾ ਜਿਹੜੀ ਪਹਿਲਾਂ ਛੁਰੀ ਲੈ ਕੇ ਬੈਠੀ ਹੁੰਦੀ ਆ ਤਿਆਰ, ਤੇ ਜੋ ਹੀ ਇਹ ਅੰਦਰ ਵੜਦੀ ਆ ਤੇ ਉਹਦੇ ਉੱਤੇ ਹਮਲਾ ਕਰਦੀ ਆ। ਦੱਸਦੇ ਨੇ ਕਿ ਇਹਨੇ 68 ਛੁਰੀਆਂ ਦੇ ਵਾਰ ਕੀਤੇ ਆਪਣੀ ਭੈਣ ਤੇ। ਉਹਨੂੰ ਜ਼ਖਮੀ ਇੰਨਾ ਕਰਤਾ ਕਿ ਉਹ ਜ਼ਖਮਾਂ ਦੀ ਤਾਬ ਬਰਦਾਸ਼ਤ ਨਾ ਕਰ ਸਕੀ ਔਰ ਅੱਲਾ ਨੂੰ ਪਿਆਰੀ ਹੋ ਗਈ। ਤੇ ਦੱਸਦੇ ਨੇ ਕਿ ਉੱਪਰ ਵਾਲੀ ਮੰਜ਼ਲ ਦੇ ਵਿੱਚ ਉਹਦੀ ਬੜੀ ਬੇਟੀ ਸੀ 11 ਸਾਲਾ, ਉਹ ਨੇ ਜਦੋਂ ਸ਼ੋਰ ਸ਼ਰਾਬਾ ਆਪਣੀ ਭੈਣ ਦਾ ਸੁਣਿਆ ਰੌਲਾ, ਤੇ ਉਹ ਥੱਲੇ ਦੇਖਦੀ ਆ, ਪੁੱਛਦੀ ਆ ਖਾਲਾ ਮੇਰੀ ਮੰਮਾ ਨੂੰ ਕਿਉਂ ਤੂੰ ਮਾਰ ਰਹੀ ਆ। ਉਹ ਅੱਗੋਂ ਅੱਖਾਂ ਕੱਢ ਕੇ ਉਹਨੂੰ ਦਬਕਾ ਆ, ਦਫਾ ਹੋ ਜਾ, ਤੂੰ ਆਪਣੇ ਕਮਰੇ ਚਲੇ ਜਾ। ਉਹ ਵਿਚਾਰੀ ਬੱਚੀ ਹੁੰਦੀ ਆ, ਡਰ ਜਾਂਦੀ ਹੈ, ਸਹਿਮ ਜਾਂਦੀ ਆ, ਆਪਣੇ ਕਮਰੇ ਦੇ ਵਿੱਚ ਚਲੇ ਜਾਂਦੀ ਆ। ਉਸ ਤੋਂ ਬਾਅਦ ਫਿਰ ਇਹ ਡਰਾਮਾ ਰਚਾਉਂਦੀ ਆ ਕਿ ਮੈਂ ਇਸ ਕਤਲ ਨੂੰ ਡਕੈਤੀ ਦਾ ਸ਼ਕਲ ਦਿੰਦੀ ਆ। ਉਹਨੇ ਫਟਾਫਟ ਆਪਣੇ ਕੱਪੜੇ ਕੁਪੜੇ ਚੇਂਜ ਕੀਤੇ, ਉਹ ਜਿਹੜੇ ਖੂਨ ਨਾਲ ਲਿਬੜੇ ਹੋਏ ਸੀ। ਉਸ ਤੋਂ ਬਾਅਦ ਘਰ ਦੇ ਬਾਹਰਲੇ ਦਰਵਾਜ਼ੇ ਦੇ ਉੱਤੇ ਸ਼ੀਸ਼ਾ ਲੱਗਾ ਹੋਇਆ ਸੀ, ਉਸ ਸ਼ੀਸ਼ੇ ਨੂੰ ਇਹਨੇ ਤੋੜਿਆ ਤਾਂ ਕਿ ਮੈਂ ਇਸ ਨੂੰ ਡਕੈਤੀ ਦਾ ਰੰਗ ਦੇਵਾਂ ਕਿ ਡਾਕੂ ਆਏ ਸੀ ਤੇ ਜਾਣ ਲੱਗੇ ਇਹਨੂੰ ਮਾਰ ਗਏ। ਤੇ ਇਹਨੇ ਫਿਰ ਫੋਨ ਕੀਤਾ ਆਪਣੇ ਵਾਲਦੈਨ ਨੂੰ ਤੇ ਦੱਸਿਆ ਵੀ ਇਸ ਤਰ੍ਹਾਂ ਘਰ ਡਾਕੂ ਆਏ ਸੀ, ਡਕੈਤੀ ਹੋ ਗਈ ਤੇ ਜਾਣ ਲੱਗੇ ਭੈਣ ਜਿਹੜੀ ਸੀ ਸਾਇਮਾ ਉਹਨੂੰ ਮਾਰ ਗਏ। ਤੇ ਜਿਸ ਵੇਲੇ ਵਾਲਦੈਨ ਆ ਗਏ ਫਿਰ ਪੁਲਿਸ ਨੂੰ ਇਤਲਾਹ ਹੋ ਜਾਂਦੀ ਆ, ਪੁਲਿਸ ਆ ਜਾਂਦੀ ਆ। ਪੁਲਿਸ ਜਿਸ ਵੇਲੇ ਆਂਦੀ ਆ ਤੇ ਪੁਲਿਸ ਕੇ ਸਭ ਤੋਂ ਪਹਿਲਾਂ CCTV ਕੈਮਰੇ ਤੋਂ ਮਦਦ ਲੈਂਦੀ ਆ ਜਿਹੜੇ ਨਾਲ ਦੇ ਘਰ ਦੇ ਵਿੱਚ ਲੱਗੇ ਹੋਏ ਸੀ। ਉਸ ਕੈਮਰੇ ਤੋਂ ਵੇਖਦੀ ਆ ਕਿ ਉਸ ਕੈਮਰੇ ਦੇ ਵਿੱਚ ਸਿਰਫ ਰਾਤ ਨੂੰ ਜਿਹੜੀ ਆ ਉਹ ਸਭਾ ਹੀ ਆਈ ਆ, ਉਸ ਤੋਂ ਬਾਅਦ ਕੋਈ ਬੰਦਾ ਅੰਦਰ ਨਹੀਂ ਆਇਆ। ਉਸ ਤੋਂ ਬਾਅਦ ਰਾਤ ਨੂੰ 11 ਵਜੇ ਸਾਇਮਾ ਆਈ ਆ। ਉਹੀ ਸਾਇਮਾ ਆਈ ਆ ਤੇ ਇਹਨੇ ਸਾਇਮਾ ਉੱਤੇ ਹਮਲਾ ਕਰਤਾ ਔਰ ਸਾਇਮਾ ਜਿਹੜੀ ਆ ਉਹ ਵਿਚਾਰੀ ਮਰ ਗਈ। ਇਸ ਤਰ੍ਹਾਂ ਉਹਨੇ ਅਬਦੁਰਮਾਨ ਦੇ ਨਾਲ ਸ਼ਾਦੀ ਕਰਨ ਵਾਸਤੇ ਆਪਣੀ ਸਕੀ ਭੈਣ ਨੂੰ 68 ਛੁਰੀਆਂ ਮਾਰੀਆਂ ਔਰ ਮਾਰ ਕੇ ਤੇ ਮਾਰ ਦਿੱਤਾ। ਤੇ ਫਿਰ ਮਈ 2017 ਦੇ ਵਿੱਚ ਫਿਰ ਇਹਦਾ ਕੇਸ ਚੱਲਦਾ ਤੇ ਫਿਰ ਇਹਦਾ ਹੁਣ ਫੈਸਲਾ ਜਿਹੜਾ ਆਇਆ। ਇਹਨੂੰ ਇਸ ਕੇਸ ਦੇ ਵਿੱਚ ਫਿਰ 22 ਸਾਲ ਦੀ ਸਜ਼ਾ ਹੋਈ ਆ। ਤੇ ਤੁਸੀਂ ਦੇਖੋ ਕਿ ਸਕੀ ਭੈਣ ਨੂੰ ਮਾਰ ਦਿੱਤਾ ਸਿਰਫ ਇੱਕ ਹਵਸ ਦੀ ਖਾਤਰ, ਲਾਲਚ ਦੀ ਖਾਤਰ ਕਿ ਇਹ ਅਬਦੁਰਮਾਨ ਨੂੰ ਹਾਸਲ ਕਰ ਸਕੇ। ਤੇ ਭੈਣ ਮਰ ਗਈ ਸਾਇਮਾ, ਉਹਦਾ ਵਿਚਾਰੇ ਦਾ ਕੀ ਕਸੂਰ। ਬੱਚੇ ਜਿਹੜੇ ਰੁਲ ਗਏ ਨੇ ਆ 22 ਸਾਲ ਹੁਣ ਸਜ਼ਾ ਕੱਟੇਗੀ। ਤੇ ਇਹ ਸੀ ਅੱਜ ਦਾ ਵੀਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਦੇ ਵਿੱਚ ਰੱਖੇ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।